Hello students, this is Dr. Amit Juneja, lecturer economics, Shahid Balwinder Singh Government Senior Secondary Smart School, Sabuana, District Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਇਸ ਲੈਕਚਰ ਦੇ ਵਿੱਚ। ਤਾਂ ਕੱਲ ਆਪਾਂ ਆਪਣੇ ਲਾਸਟ ਜਿਹੜਾ ਟੌਪਿਕ ਕੀਤਾ ਸੀ ਉਹ ਆਪਾਂ ਕੀਤਾ ਸੀ ਕੁੱਲ ਪਰਿਵਰਤਨਸ਼ੀਲ ਲਾਗਤ। ਤਾਂ ਆਪਾਂ ਉਹਦੀ ਡਾਇਗਰਾਮ ਜਿਹੜੀ ਹੈ ਉਹ ਰਹਿ ਗਈ ਸੀ ਬਣਾਣੀ, ਤਾਂ ਆਪਾਂ ਉਹਦੀ ਡਾਇਗਰਾਮ ਜਿਹੜੀ ਹੈ ਅੱਜ ਉਹ ਬਣਾਵਾਂਗੇ। ਤਾਂ ਉਹਦੇ ਵਾਸਤੇ ਆਪਾਂ ਜਿਹੜਾ ਕੱਲ ਟੇਬਲ ਬਣਾਇਆ ਸੀ ਨੰਬਰ 2 ਆਪਾਂ ਨੂੰ ਦਿੱਤਾ ਸੀ ਕੁੱਲ ਪਰਿਵਰਤਨਸ਼ੀਲ ਲਾਗਤ। ਤਾਂ ਆਪਾਂ ਇਹਦੇ ਵਿੱਚ ਇੱਕ ਚੀਜ਼ ਡਿਸਕਸ ਕੀਤੀ ਸੀ ਵੀ ਜਿਹੜੀ ਕੁੱਲ ਪਰਿਵਰਤਨਸ਼ੀਲ ਲਾਗਤ ਹੈ ਉਹ ਜਿਹੜੀ ਹੈ ਉਹ ਪਰਿਵਰਤਨਸ਼ੀਲ ਸਾਧਨਾਂ ਦੇ ਉੱਪਰ ਪੈਂਦੀ ਹੈ, ਕਿਉਂਕਿ ਸਾਧਨ ਪਰਿਵਰਤਨਸ਼ੀਲ ਨੇ ਇਸ ਕਰਕੇ ਲਾਗਤ ਵੀ ਪਰਿਵਰਤਨਸ਼ੀਲ ਹੋਏਗੀ। ਮਤਲਬ ਜਿਵੇਂ ਜਿਵੇਂ ਉਤਪਾਦਨ ਦੇ ਸਾਧਨ ਬਦਲਣਗੇ ਉਵੇਂ ਉਵੇਂ ਜਿਹੜੀ ਲਾਗਤ ਹੈ ਉਹ ਵੀ ਬਦਲੇਗੀ। ਜਿਵੇਂ ਆਪਾਂ ਉਤਪਾਦਨ ਜ਼ਿਆਦਾ ਕਰਨਾ ਹੈ, ਆਪਾਂ ਉਤਪਾਦਨ ਦੇ ਸਾਧਨ ਜਿਹੜੇ ਨੇ ਉਹ ਪਹਿਲਾਂ ਨਾਲੋਂ ਜ਼ਿਆਦਾ ਲਗਾਵਾਂਗੇ ਤਾਂ ਲਾਗਤ ਵੀ ਜਿਹੜੀ ਹੈ ਉਹ ਜ਼ਿਆਦਾ ਪਏਗੀ। ਹੁਣ ਲਾਗਤ ਜ਼ਿਆਦਾ ਤਾਂ ਪਏਗੀ ਬਟ ਕਿੰਨੀ ਜ਼ਿਆਦਾ ਪਏਗੀ ਉਹ ਆਪਾਂ ਗੱਲ ਕੀਤੀ ਸੀ ਕਿ ਸ਼ੁਰੂਆਤ ਦੇ ਵਿੱਚ ਕਿਉਂਕਿ ਆਪਾਂ ਨੂੰ ਉਤਪਾਦਨ ਦੇ ਵਿੱਚ ਵੱਧਦੇ ਪ੍ਰਤੀਫਲ ਮਿਲਦੇ ਨੇ ਤਾਂ ਲਾਗਤ ਵਧੇਗੀ, ਪਰ ਜਿਹੜੀ ਲਾਗਤ ਵਧੇਗੀ ਉਹ ਘਟਦੀ ਦਰ ਤੇ ਜਿਹੜਾ ਹੈ ਉਹ ਵਧੇਗੀ, ਉਸ ਤੋਂ ਬਾਅਦ ਸਮਾਨ ਦਰ ਤੇ ਵਧੇਗੀ, ਉਸ ਤੋਂ ਬਾਅਦ ਵੱਧਦੀ ਦਰ ਦੇ ਉੱਪਰ ਜਿਹੜਾ ਹੈ ਉਹ ਆਪਣੀ ਲਾਗਤ ਵਧੇਗੀ। ਤਾਂ ਆਪਾਂ ਉਹਦਾ ਇੱਕ ਟੇਬਲ ਬਣਾਇਆ ਸੀ। ਆਪਾਂ ਪਹਿਲਾ ਜਿਹੜਾ ਕਾਲਮ ਲਿਆ ਸੀ ਉਹ ਆਪਾਂ ਲਿਆ ਸੀ ਉਤਪਾਦਨ ਦੀ ਮਾਤਰਾ। ਜਿਹੜਾ ਸੈਕਿੰਡ ਕਾਲਮ ਸੀ ਉਹ ਸੀ ਆਪਣਾ ਕੁੱਲ ਪਰਿਵਰਤਨਸ਼ੀਲ ਲਾਗਤ। ਠੀਕ ਹੈ, ਇੱਕ ਪਾਸੇ ਆਪਾਂ ਉਤਪਾਦਨ ਦੀ ਮਾਤਰਾ ਲੈ ਲਈ ਤੇ ਇੱਕ ਪਾਸੇ ਆਪਾਂ ਕੁੱਲ ਪਰਿਵਰਤਨਸ਼ੀਲ ਲਾਗਤ ਜਿਹੜੀ ਹੈ ਉਹ ਲੈ ਲਈ। ਤਾਂ ਆਪਾਂ ਕਿਹਾ ਸੀ ਕਿ ਜਦੋਂ ਉਤਪਾਦਨ ਜਿਹੜਾ ਹੈ ਉਹ 0 ਹੋਏਗਾ ਤਾਂ ਕੁੱਲ ਪਰਿਵਰਤਨਸ਼ੀਲ ਲਾਗਤ ਜਿਹੜੀ ਹੈ ਉਹ ਵੀ 0 ਹੋਏਗੀ। ਉਸ ਤੋਂ ਬਾਅਦ ਉਤਪਾਦਨ 1 ਕੀਤਾ ਤਾਂ ਇੱਥੇ 10 ਲਾਗਤ ਪਈ, 2 ਕੀਤਾ ਤਾਂ 18 ਪਈ। ਹੁਣ ਦੇਖੋ ਪਹਿਲੀ ਵਾਰੀ ਕਿੰਨੀ ਵਧੀ ਹੈ 10, ਅਗਲੀ ਵਾਰੀ ਕਿੰਨੀ ਵਧੀ ਹੈ 8। ਯਾਨੀ ਪਹਿਲੀ ਵਾਰੀ ਨਾਲੋਂ ਦੂਜੀ ਵਾਰੀ ਜਿਹੜੀ ਲਾਗਤ ਹੈ ਉਹ ਕੀ ਹੈ ਘੱਟ ਵਧਾਣੀ ਹੈ। ਘੱਟ ਕਿਉਂ ਵਧਾਣੀ ਹੈ? ਕਿਉਂਕਿ ਉਤਪਾਦਨ ਦੇ ਵਿੱਚ ਆਪਾਂ ਨੂੰ ਵੱਧਦੇ ਪ੍ਰਤੀਫਲ ਮਿਲ ਰਹੇ ਨੇ ਤਾਂ ਆਪਾਂ ਇਸ ਕਰਕੇ ਲਾਗਤ ਨੂੰ ਪਹਿਲਾਂ ਨਾਲੋਂ ਘੱਟ ਵਧਾਵਾਂਗੇ। ਫਿਰ ਉਤਪਾਦਨ ਆਪਾਂ 3 ਕੀਤਾ ਤੈਨੂੰ ਆਪਾਂ ਇੱਥੇ 24 ਕਰਤਾ। ਵੀ ਪਿਛਲੀ ਵਾਰੀ ਅਸੀਂ 8 ਵਧਾਇਆ ਸੀ, ਹੁਣ ਅਸੀਂ 6 ਵਧਾ ਰਹੇ ਹਾਂ। ਫਿਰ ਇੱਥੇ 4 ਕਰਤਾ ਤਾਂ ਇੱਥੇ ਆਪਾਂ 28 ਕਰਤਾ, ਹੁਣ 4 ਵਧਾ ਰਹੇ ਹਾਂ। ਫਿਰ ਆਪਾਂ ਇੱਥੇ ਫਿਰ 4 ਵਧਾ ਰਹੇ ਹਾਂ। ਇਹ ਕੀ ਹੋ ਗਿਆ? ਇਹ ਸਮਾਨ ਪ੍ਰਤੀਫਲ ਹੋ ਗਏ ਵੀ ਜਿੰਨੀ ਲਾਗਤ ਅਸੀਂ ਪਿਛਲੀ ਵਾਰੀ ਵਧਾਈ ਸੀ ਉਨੀ ਹੀ ਲਾਗਤ ਅਸੀਂ ਹੁਣ ਫਿਰ ਵਧਾ ਰਹੇ ਹਾਂ। ਫਿਰ ਆਪਾਂ ਇੱਥੇ 6 ਕਰਤਾ, ਹੁਣ ਆਪਾਂ ਨੂੰ ਵੱਧਦੀ ਦਰ ਤੇ ਵਧਾਣਾ ਹੈ, ਮਤਲਬ ਹਰ ਵਾਰੀ ਪਹਿਲਾਂ ਨਾਲੋਂ ਜ਼ਿਆਦਾ ਵਧਾਣਾ ਹੈ। ਪਿਛਲੀ ਵਾਰੀ 4 ਵਧਾਇਆ, ਹੁਣ 6 ਵਧਾ ਲਓ। ਫਿਰ ਆਪਾਂ ਪਿਛਲੇ 6 ਵਧਾਇਆ, ਹੁਣ ਆਪਾਂ ਨੂੰ 8 ਵਧਾ ਲਾਂਗੇ। ਫਿਰ ਪਿਛਲੇ 8 ਵਧਾਇਆ, ਹੁਣ ਆਪਾਂ ਨੂੰ 10 ਵਧਾ ਲਾਂਗੇ। ਪਿਛਲੇ ਵਾਰੀ 10 ਵਧਾਇਆ, ਹੁਣ ਆਪਾਂ ਨੂੰ 12 ਵਧਾ ਲਾਂਗੇ। ਤਾਂ ਇਸ ਤਰ੍ਹਾਂ ਆਪਣੀ ਕੁੱਲ ਪਰਿਵਰਤਨਸ਼ੀਲ ਲਾਗਤ ਜਿਹੜੀ ਹੈ ਉਹ ਆਪਣੀ ਤਿਆਰ ਹੋ ਜਾਏਗੀ। ਹੁਣ ਇਹਦੇ ਬੇਸਿਸ ਤੇ ਹੀ ਆਪਾਂ ਕੀ ਕਰਾਂਗੇ, ਜਿਹੜੀ ਕੁੱਲ ਪਰਿਵਰਤਨਸ਼ੀਲ ਲਾਗਤ ਹੈ ਆਪਾਂ ਉਹਦੀ ਡਾਇਗਰਾਮ ਬਣਾਵਾਂਗੇ। ਡਾਇਗਰਾਮ ਬਣਾਉਣ ਵਾਸਤੇ ਕੀ ਕਰਾਂਗੇ, ਜੋ ਆਪਣਾ y एक्सिस है y एक्सिस ਤੇ ਆਪਾਂ ਲਾਂਗੇ ਆਪਣੀ ਕੁੱਲ ਪਰਿਵਰਤਨਸ਼ੀਲ ਲਾਗਤ। ਠੀਕ ਹੈ, ਤੇ ਜਿਹੜਾ ਆਪਣਾ x एक्सिस ਹੈ ਉਹਦੇ ਉੱਪਰ ਲਾਂਗੇ ਆਪਾਂ ਉਤਪਾਦਨ। ਤਾਂ ਹੁਣ ਉਤਪਾਦਨ ਜਿਹੜਾ ਹੈ ਉਹ ਹੈ ਆਪਣਾ 0 ਤੋਂ ਲੈ ਕੇ 9 ਤੱਕ ਦਾ। ਤਾਂ 0 ਤੋਂ ਲੈ ਕੇ 9 ਆਪਾਂ ਇੱਥੇ ਲੈ ਲੈਣੇ, 0 ਆਲਰੇਡੀ ਲਈ ਹੋਈ ਹੈ। 1 2 3 4 5 6 7 8 ਤੇ 9 ਇਹ ਹੋ ਗਿਆ ਆਪਣੇ ਉਤਪਾਦਨ ਦੀ ਮਾਤਰਾ। ਹੁਣ ਇੱਧਰ ਆਪਾਂ ਜਿਹੜਾ ਹੈ ਉਹ ਕੁੱਲ ਪਰਿਵਰਤਨਸ਼ੀਲ ਲਾਗਤ ਲੈਣੀ ਹੈ। ਅਗਰ ਆਪਾਂ ਧਿਆਨ ਨਾਲ ਦੇਖੀਏ ਤਾਂ ਕੁੱਲ ਪਰਿਵਰਤਨਸ਼ੀਲ ਲਾਗਤ ਜਿਹੜੀ ਹੈ 0 ਤੋਂ ਲੈ ਕੇ 68 ਤੱਕ ਜਾ ਰਹੀ ਹੈ। ਮਤਲਬ 68 ਤੱਕ ਦਾ ਸਕੇਲ ਲੈਣਾ ਹੈ। ਆਪਾਂ ਕੀ ਕਰਦੇ ਹਾਂ 10 10 ਦੇ 7 ਖਾਨੇ ਲੈ ਲੈਣੇ ਆ, 70 ਹੋ ਜਾਏਗਾ। ਤਾਂ ਇੱਥੇ ਆ ਗਈ 10, ਇੱਥੇ ਆ ਗਈ 20, ਇੱਥੇ ਆ ਗਈ 30, ਇੱਥੇ ਆ ਗਈ 40, ਇੱਥੇ ਆ ਗਈ 50, ਇੱਥੇ ਆ ਗਈ 60 ਤੇ ਇੱਥੇ ਆ ਗਈ 70। ਤਾਂ ਇਸ ਤਰ੍ਹਾਂ ਆਪਣੀ ਜਿਹੜੀ ਕੁੱਲ ਪਰਿਵਰਤਨਸ਼ੀਲ ਲਾਗਤ ਹੈ ਉਹਨੂੰ ਆਪਾਂ ਦਿਖਾ ਦੇਾਂਗੇ। ਤਾਂ ਆਪਾਂ ਨੂੰ ਸ਼ੁਰੂਆਤ ਕਰਦੇ ਹਾਂ। ਦੇਖੋ ਉਤਪਾਦਨ ਦੀ ਮਾਤਰਾ 0 ਹੈ ਤਾਂ ਕੁੱਲ ਪਰਿਵਰਤਨਸ਼ੀਲ ਲਾਗਤ ਵੀ 0 ਹੈ। ਤਾਂ 0 ਤੋਂ ਇਹ ਵਕਰ ਜਿਹੜੀ ਹੈ ਇਹ ਸ਼ੁਰੂ ਹੋ ਜਾਏਗੀ। ਉਸ ਤੋਂ ਬਾਅਦ ਇੱਕ ਉਤਪਾਦਨ ਦੀ ਲਾਗਤ ਜਿਹੜੀ ਹੈ ਉਹ ਕਿੰਨੀ ਪੈ ਰਹੀ ਹੈ 10। ਅਗਰ ਆਪਾਂ ਇੱਕ ਚੀਜ਼ ਬਣਾਣੀ ਹੈ ਤਾਂ ਆਪਾਂ ਨੂੰ 10 ਲਾਗਤ ਪੈ ਰਹੀ ਹੈ। ਤਾਂ ਇੱਕ ਤੇ ਆਪਾਂ ਨੂੰ ਬਣਾਵਾਂਗੇ
10 ਵੀ ਤਾਂ ਆਪਾਂ ਉਤਪਾਦਨ 1 ਕੀਤਾ ਤਾਂ ਆਪਾਂ ਨੂੰ ਲਾਗਤ ਕਿੰਨੀ ਪਈ 10 ਦੀ ਲਾਗਤ ਪਈ। 2 ਤੇ ਹੈ 18 ਤਾਂ 2 ਤੇ ਆਪਾਂ ਜਾਣਾ ਹੈ 18 ਤਾਂ 18 ਇੱਥੇ ਕਰਕੇ ਆ ਜਾਏਗਾ 20 ਤੋਂ ਥੋੜਾ ਜਿਹਾ ਥੱਲੇ ਆ ਜਾਏਗਾ। 3 ਤੇ ਆਏਗੀ 24, 3 ਤੇ ਆਏਗੀ ਆਪਣੇ ਕੋਲ 24, 4 ਤੇ ਆਏਗੀ ਆਪਣੇ ਕੋਲ 28 ਤਾਂ ਇੱਥੇ 28 ਆ ਜਾਏਗਾ। 5 ਤੇ ਆਏਗੀ 32 ਤਾਂ 32 30 ਤੋਂ ਥੋੜਾ ਜਿਹਾ ਉੱਪਰ ਜਿਹੜਾ ਹੈ ਉਹ 32 ਆ ਜਾਏਗਾ। 6 ਤੇ ਆਏਗੀ 38, 6 ਤੇ ਆਣੀ ਹੈ 38 ਤਾਂ 6 ਇੱਥੇ ਆ ਜਾਏਗਾ। ਉਸ ਬਾਅਦ 7 ਤੇ ਹੈ ਆਪਣੇ ਕੋਲ 46, 7 ਤੇ ਹੈ 46 ਤਾਂ ਇੱਥੇ ਆਪਣੇ ਕੋਲ 46 ਦਾ ਪੁਆਇੰਟ ਆ ਜਾਏਗਾ। ਉਸ ਬਾਅਦ 8 ਤੇ ਹੈ ਆਪਣੇ ਕੋਲ 56, 8 ਤੇ ਆਪਣੇ ਕੋਲ ਆ ਜਾਏਗੀ 56 ਤਾਂ 56 ਇੱਥੇ ਕਰਕੇ ਆ ਜਾਏਗਾ 8 ਦੇ ਉੱਪਰ। ਤੇ 9 ਤੇ ਹੈ ਆਪਣੇ ਕੋਲ 68, 9 ਤੇ ਆ ਜਾਏਗਾ ਆਪਣੇ ਕੋਲ 68 ਤੇ ਉਹ ਇੱਥੇ ਪੁਆਇੰਟ ਜਿਹੜਾ ਹੈ ਉਹ ਆਪਣਾ ਆ ਜਾਏਗਾ। ਠੀਕ ਹੋ ਗਿਆ। ਹੁਣ ਅਗਰ ਆਪਾਂ ਇਹਦੇ ਪੁਆਇੰਟਸ ਨੂੰ ਹਾਲੇ ਤੱਕ ਮਿਲਾਇਆ ਨਹੀਂ ਹੈ, क्यों नहीं मिलाया? क्योंकि जो आप पॉइंट्स मिलाने हैं आप ਇਹਦੇ 'ਚ ਇੱਕ ਬਹੁਤ ਵਧੀਆ ਚੀਜ਼ ਜਿਹੜੀ ਹੈ ਉਹ ਸਿੱਖਣੀ ਹੈ ਕਿ ਦੇਖੋ ਅਗਰ ਮੈਂ ਆ ਜਿਹੜੇ 0 ਵਾਲਾ ਪੁਆਇੰਟ ਹੈ 0 ਵਾਲੇ ਨੂੰ ਮੈਂ 1 ਨਾਲ ਮਿਲਾਵਾਂ, 1 ਨੂੰ 2 ਨਾਲ, 2 ਨੂੰ 3 ਨਾਲ, 3 ਨੂੰ 4 ਨਾਲ। ਠੀਕ, ਦੇਖੋ 0 ਨੂੰ 1 ਨਾਲ, 1 ਨੂੰ 2 ਨਾਲ, 2 ਨੂੰ 3 ਨਾਲ, 3 ਨੂੰ 4 ਨਾਲ। ठीक है, तो वक्र की शेप देखना भी वक्र जिहड़ी है ये वध तर रही है पर की हो रहा है हौली हौली वध रही है। हौली हौली वध रही मतलब तुसीं इहनूं बड़े सिंपल जी एग्जांपल नाल याद रखो। तुसीं सोचो भी तुसीं वैष्णो देवी गए हो तो वैष्णो देवी की चढ़ाई चढ़ रहे हो, ठीक, तो हुण चढ़ाई देखो इत्थे चढ़ाई चढ़नी बड़ी सौखी है क्योंकि बड़ी हौली जी चढ़ाई है, बड़ी हल्की जी चढ़ाई है, ज्यादा चढ़ाई नहीं हैगी, है ना, भी आपां आराम नाल जिहड़ा है हौली 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 चढ़ लांगे। फिर की होएगा जो 4 ते 5 ਨੂੰ ਮਿਲਾਵਾਂਗਾ ਆਪਾਂ ਕਹਾਂਗੇ ਜਿੰਨੀ ਚੜਾਈ ਪਹਿਲਾਂ ਸੀ ਹੋਣੀ ਚੜਾਈ ਉਨੀ ਹੈ। ਦੇਖੋ 4 ਤੋਂ 5 ਜਾਣਾ, ਉਸ ਤੋਂ ਪਹਿਲਾਂ 3 ਤੋਂ 4 ਜਾਓ। ਜਦੋਂ ਆਪਾਂ 3 ਤੋਂ 4 ਗਏ ਤਾਂ ਆਪਾਂ ਕਿੰਨਾ ਵਧਾਇਆ 24 ਤੋਂ 28 ਕੀਤਾ ਮਤਲਬ 4 ਵਧਾਏ। ਜਦੋਂ ਆਪਾਂ 4 ਤੋਂ 5 ਗਏ ਆਪਾਂ ਕੀ ਕੀਤਾ 28 ਤੋਂ 32 ਕੀਤਾ, ਫਿਰ ਆਪਾਂ 4 ਵਧਾਏ ਯਾਨੀ ਕਿ ਬਰਾਬਰ ਵਧਾ ਰਹੇ ਆ ਤਾਂ ਢਲਾਨ ਕੀ ਰਹੇਗੀ ਬਰਾਬਰ ਰਹੇਗੀ। ਫਿਰ ਕੀ ਹੋਏਗਾ ਹੁਣ ਢਲਾਨ ਇੱਕੋ ਦਮ ਵਧੇਗੀ ਮਤਲਬ ਹੁਣ ਢਲਾਨ ਹੋगी बड़ी औखी यानी देखो हुण इको दम आ गई आ चली। ठीक है, तो आ बन गई अपनी कुल परिवर्तनशील लागत। देखो हुण इत्थे तक जिहड़ी ढलान है वो घट है, इहदा मतलब ये है भी जिहड़ी अपनी कुल परिवर्तनशील लागत है वो बड़े हौली हौली वध रही है। ठीक है, उस तो बाद की होया ढलान इको दम बड़ी फास्ट जिहड़ी है वो इंक्रीज होगी मतलब ढलान बड़ी तेजी नाल वधी। क्यों वधी? क्योंकि पहला की हो रहा है भी जिहड़ी अपनी कुल परिवर्तनशील लागत है वो हौली हौली वध रही है। फिर उस तो बाद की हुंदा है ये पहला घटदी दर नाल वधदी है, फिर की हुंदा है समान दर नाल वधदी है, फिर की हुंदा है ये बड़ी तेजी नाल वधना जिहड़ा है वो शुरू कर दिंदी है। तां जदों आपां जाने आ पॉइंट 5 तो बाद पॉइंट 6 ते ਤਾਂ ਇਹ ਹੁਣ ਇਹਦੀ ਸਪੀਡ ਜਿਹੜੀ ਹੈ ਵਧਣ ਦੀ ਉਹ ਵੱਧ ਜਾਂਦੀ ਹੈ। ਦੇਖੋ ਪਹਿਲਾਂ 4 ਵਧੀ, ਉਸ ਤੋਂ ਬਾਅਦ 6 8 10 12 ਮਤਲਬ ਇਹਦੇ ਵਧਣ ਦੀ ਸਪੀਡ ਜਿਹੜੀ ਹੈ ਉਹ ਬਹੁਤ ਤੇਜ਼ ਹੋ ਜਾਂਦੀ ਹੈ। ਤਾਂ ਇਸ ਤਰ੍ਹਾਂ ਆਪਾਂ ਆਪਣੀ ਕੁੱਲ ਪਰਿਵਰਤਨਸ਼ੀਲ ਲਾਗਤ ਦੀ ਵਕਰ ਜਿਹੜੀ ਹੈ ਉਹਨੂੰ ਆਪਾਂ ਪ੍ਰਾਪਤ ਕਰ ਸਕਦੇ ਹਾਂ। ਤਾਂ ਇਹ ਸੀ ਆਪਣੀ ਕੁੱਲ ਪਰਿਵਰਤਨਸ਼ੀਲ ਲਾਗਤ ਦੀ ਵਕਰ। ਠੀਕ ਹੈ, ਹੁਣ ਆਪਾਂ ਕੀ ਕਰਨਾ ਹੈ, ਹੁਣ ਆਪਾਂ ਨਿਕਾਲਣੀ ਹੈ कुल लागत। तो हुण आपां कुल लागत किवें निकालांगे? ਇਹ ਜਿਹੜੇ ਮੈਂ ਦੋ ਟੇਬਲ ਬਣਾਏ ਨੇ, ਇੱਕ ਮੈਂ ਹੁਣ ਜਿਹੜਾ ਕੁੱਲ ਪਰਿਵਰਤਨਸ਼ੀਲ ਲਾਗਤ ਦਾ ਟੇਬਲ ਬਣਾਇਆ ਹੈ, ਇੱਕ ਜਿਹੜਾ ਕੱਲ ਆਪਾਂ ਕੁੱਲ ਸਥਿਰ ਲਾਗਤ ਦਾ ਬਣਾਇਆ ਸੀ। ਹੁਣ ਆਪਾਂ ਦੋਨਾਂ ਨੂੰ ਜੋੜਨਾ ਹੈ, ਬਸ ਹੋਰ ਕੁਝ ਨਹੀਂ ਕਰਨਾ। ਆਪਾਂ ਸੇਮ ਟੇਬਲ ਜਿਹੜਾ ਹੈ ਉਹ ਯੂਜ਼ ਕਰਾਂਗੇ ਤਾਂ ਆਪਾਂ ਨੂੰ ਪਤਾ ਹੈ ਵੀ ਜਿਹੜੀ ਕੁੱਲ ਲਾਗਤ ਹੈ ਉਹ ਕਿੰਨੇ ਬਰਾਬਰ ਹੈ, ਉਹ ਹੈ ਆਪਣੀ ਕੁੱਲ स्थिर लागत प्लस ਕੀ ਆ ਜਾਏਗਾ अपनी कुल परिवर्तनशील लागत। ठीक है, बस आप जी कुल स्थिर लागत है ਆਪਾਂ ਨੂੰ पता है कि जी कुल लागत है वो दो लागतां दा जोड़ है, एक है कुल स्थिर लागत, एक है कुल परिवर्तनशील लागत। ਤਾਂ ਹੁਣ ਆਪਾਂ ਕੀ ਕਰਨਾ ਹੈ, ਆਪਾਂ ਆਦਾ ਜਿਹੜੇ ਟੇਬਲ ਪਿੱਛੇ ਦੋ ਬਣਾਏ ਸੀ ਆਪਾਂ ਉਹਨਾਂ ਦੋਨਾਂ ਟੇਬਲਸ ਨੂੰ ਕੀ ਕਰਾਂਗੇ ਜੋੜ ਦਿਆਂਗੇ, ਬਸ ਹੋਰ ਆਪਾਂ ਕੁਝ ਨਹੀਂ ਕਰਨਾ। ਤਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਲਿਖਾਂਗੇ ਉਤਪਾਦਨ ਦੀ ਮਾਤਰਾ। ਤਾਂ ਉਤਪਾਦਨ ਦੀ ਮਾਤਰਾ ਜਿਹੜੀ ਹੈ ਉਹ ਲਿਖ ਲਾਂਗੇ। ਉਸ ਤੋਂ ਆਪਾਂ ਇੱਥੇ ਲਿਖਾਂਗੇ ਆਪਣੀ ਪਹਿਲੀ ਲਾਗਤ ਜਿਹੜੀ ਕੀ ਹੈ ਕੁੱਲ स्थिर लागत। फिर आप इत्थे लिखांगे अपनी दूसरी लागत जिहड़ी की है कुल परिवर्तनशील लागत। दो हो गया, उस आप इत्थे लिख देंगे कुल लागत। ठीक है,
ਤਾਂ ਇਹਨੂੰ ਆਪਾਂ ਅਗਰ ਆਪਾਂ ਜੋੜ ਦਿਆਂਗੇ ਤਿੰਨਾਂ ਨੂੰ ਤਾਂ ਉਹਦੇ ਨਾਲ ਕੀ ਹੋ ਜਾਏਗਾ, ਆਪਣੀ ਕੁੱਲ ਲਾਗਤ ਜਿਹੜੀ ਹੈ ਉਹ ਨਿਕਲ ਜਾਏਗੀ। ਤੇ ਨਾਲ ਆਪਾਂ ਕੀ ਕਰਾਂਗੇ, ਇਹਦੀ ਡਾਇਗਰਾਮ ਬਣਾ ਲਾਂਗੇ। ਤਾਂ ਆਪਾਂ ਥੋੜਾ ਜਿਹਾ ਸੈੱਟ ਕਰਕੇ ਲਿਖ ਲੈਂਦੇ ਆ ਤਾਂ ਕਿ ਆਪਾਂ ਇੱਕੋ ਹੀ ਪੈਰਲਲ ਇਹਨਾਂ ਦੀ ਡਾਇਗਰਾਮ ਵੀ ਬਣਾ ਸਕੀਏ ਤਾਂ ਆਪਾਂ ਇਹਦੀ ਟੇਬਲ ਜਿਹੜਾ ਹੈ ਉਹ ਵੀ ਬਣਾ ਸਕੀਏ। ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਆਏਗਾ उत्पादन दी मात्रा, फिर आएगा अपने कुल स्थिर लागत, ठीक है। नंबर 3 आएगा कुल परिवर्तनशील लागत ते लास्ट आएगा अपने कुल लागत, ठीक है। तो जो टेबल पहले बनाए सी सेम टेबल बनाने में कोई चेंजेस नहीं है। तो इत्थे आ जाएगा 0 1 2 3 4 5 6 7 8 एंड 9। अपन 9 तक उत्पादन ते गए सी। तनो कुल स्थिर लागत है, ये तो स्थिर है, इन्हें तो चेंज ही नहीं होना। तो भावे उत्पादन 0 करो, भावे 1 करो, 2 करो, 3 4 5 6 7 8 9 जो मर्जी करो, इन्हें तो 10 ही रहना है। कुल परिवर्तनशील लागत अपन हुने निकाली भी, अगर उत्पादन 0 है तो कुल परिवर्तनशील लागत 0 रहेगी। उस तो बाद 10 है, 18 है, 24 है, 28 है, 32 है, 38 है, 46 है, 56 है ते 68 है। ठीक हो गया, ये अपनी कुल परिवर्तनशील लागत निकल गई। दोनों ने जोड़ दो, दोनों ने जोड़ांगे तो 10 आ गया, इत्थे 20 28 34 38 42 48 56 66 ते 78, ये होगी अपनी कुल लागत। हुण आपां की करना है, एक डायग्राम बनानी है। उस डायग्राम दे विच आपां तीनों वक्र इकट्ठियां दिखानियां ने। मतलब आपां पहला दिखावांगे उत्पादन दी मात्रा ते कुल स्थिर लागत, फिर आपां दिखावांगे उत्पादन दी मात्रा कुल परिवर्तनशील लागत, फिर आपां दिखावांगे उत्पादन दी मात्रा ते कुल लागत। ठीक हो गया, तो ये तीन चीज़ां जिहड़ियां ने वो आपां दिखानियां ने। तो आपां हुण डायग्राम ही इस हिसाब नाल बनावांगे ताकि आपां तीनों वक्र जिहड़ियां ने वो इक्को डायग्राम दे विच आपां बना सकीए। क्योंकि जे आपां तीनों वक्र इक्को डायग्राम दे विच बनावांगे तां ही आपां तिन्नां दा आपसी संबंध की है उहनूं आपां जिहड़ा क्लीयर कर सकांगे। इत्थे आपां ले लैंदे आ y एक्सिस ते आपां लिखदे आ सिर्फ लागत। लागत लिखण दा मतलब की है भी हुण तुसीं कोई भी लागत दिखा सकदे हो, तुहानूं स्पेसिफिकली मेंशन करन दी लोड़ नहीं है भी असीं इहदे ਜਿਹੜੀ है वो कुल स्थिर लागत दिखा रहे हैं या कुल परिवर्तनशील लागत दिखा रहे हैं या असीं कुल लागत दिखा रहे हैं, कुछ जरूरत नहीं है। सीधा लागत लिखांगे, उस तो बाद की करांगे ਜਿਹੜੀ ਵੀ ਆਪਾਂ वक्र बनावांगे उस वक्र ਨੂੰ नाम दे देंगे कि लो जी ਇਹ कुल स्थिर लागत ਦੀ वक्र है, ਇਹ कुल परिवर्तनशील लागत ਦੀ वक्र है ਤੇ ਇਹ ਜਿਹੜੀ ਹੈ ਇਹ कुल लागत ਦੀ वक्र है। ਤਾਂ ਜਿਹੜਾ x एक्सिस है अपने कोल ਉੱਥੇ ਆਪਾਂ ਲੈਣ ਲੱਗੇ ਹਾਂ ਜੋ ਵੀ ਆਪਣੇ उत्पादन ਦੀ ਮਾਤਰਾ है ਆਪਾਂ ਉਹਨੂੰ ਲੈ ਲਈਆਂ। ਤਾਂ उत्पादन ਦੀ ਮਾਤਰਾ ਜਿਹੜੀ ਹੈ ਉਹ ਚੱਲ ਰਹੀ ਹੈ 0 ਤੋਂ ਲੈ ਕੇ 9 ਤੱਕ। ਤਾਂ ਆਪਾਂ 9 ਤੱਕ ਲੈ ਲੈਂਦੇ ਆ 1 2 3 4 5 6 7 8 एंड 9 9 हो गए। हुण ध्यान ये देना है भी आपां हुण इहदे च कुल स्थिर भी दिखानी है, कुल परिवर्तनशील भी दिखानी है ते नाल दे नाल कुल भी दिखानी है। तो तिन्नां दे विच सब तो छोटा पॉइंट लभो केड़ा, तो तिन्नां सब तो छोटा पॉइंट तो 0 है। सब तो वड्डा पॉइंट देखो केड़ा 78, यानी आपां 0 तो लेके 78 तक जाना है। आपां फिर 10 10 10 स्केल ले लेने आ। तो आपां इत्थे ले लेने आ 10 20 30 40 50 60 70 ते 80। ठीक हो गया, बस हुण आपां दिखा दिंदे आ। हुण देखो कुल स्थिर लागत तो बनानी बिल्कुल सौखी है क्योंकि वो तो भावें 0 है तो भावें 9 है, वो तो बिल्कुल सीधी ही जानी है। ठीक है, तो कुल स्थिर लागत जिहड़ी है उन्हें आपां बिल्कुल पैरेलल बना देंगे एक्स एक्सिस दे भी। वो तो देखो जी उत्पादन दियां इकाइयां ते निर्भर नहीं करती, उन्हें आधा काम उवें ही करना है। मतलब उत्पादन चाहे 0 है तावी 10 रुपए पै रही है, 1 है तावी 10 रुपए, 2 है तावी 10 रुपए, 3 है तावी 10 रुपए, 4 ते भी 10 रुपए ते इस तरह 9 ते भी 10 रुपए ही रहनी है। उनदे च किसी तरह का कोई बदलाव जिहड़ा है वो नहीं आएगा। तो आ वक्र बन गई, आपां नाम देंगे TFC। TFC मतलब टोटल फिक्स्ड कॉस्ट।
टोटल मतलब कुल, फिक्स्ड मतलब स्थिर, कॉस्ट मतलब लागत। ਤਾਂ ਕੁੱਲ ਸਥਿਰ ਲਾਗਤ ਦੀ ਵਕਰ ਜਿਹੜੀ ਹੈ ਉਹ ਆਪਣੀ ਬਣ ਗਈ। ਹੁਣ ਆਪਾਂ ਕੀ ਕਰਦੇ ਹਾਂ, ਹੁਣ ਆਪਾਂ ਬਣਾਉਂਦੇ ਹਾਂ ਕੁੱਲ ਪਰਿਵਰਤਨਸ਼ੀਲ ਲਾਗਤ। ਤਾਂ ਕੁੱਲ ਪਰਿਵਰਤਨਸ਼ੀਲ ਲਾਗਤ ਜਿਹੜੀ ਹੈ ਉਹ ਸ਼ੁਰੂ ਹੋਏਗੀ 0 ਤੋਂ। ਤਾਂ ਆਪਾਂ ਇਹਨੂੰ ਇੱਥੋਂ 0 ਤੋਂ ਸ਼ੁਰੂ ਕਰ ਲੈਂਦੇ ਹਾਂ। ਲੋ ਜੀ ਆ 0 ਦਾ ਪੁਆਇੰਟ ਆ ਗਿਆ, ਠੀਕ ਹੈ। ਉਸ ਤੋਂ ਬਾਅਦ ਇੱਕ ਤੇ ਹੈਗੀ ਹੈ 10, ਤਾਂ ਇੱਕ ਤੇ ਆ 10 ਦਾ ਪੁਆਇੰਟ ਆ ਗਿਆ। ਦੋ ਤੇ ਹੈਗੀ ਹੈ 18, ਤਾਂ ਆ 18 ਦਾ ਪੁਆਇੰਟ ਆ ਗਿਆ। ਤਿੰਨ ਤੇ ਹੈਗੀ ਹੈ 24, ਤਾਂ ਤਿੰਨ ਤੇ ਆਪਾਂ ਨੂੰ ਬਣਾਉਣਾ ਹੈ 24, ਤਾਂ ਆ 24 ਦਾ ਪੁਆਇੰਟ ਆ ਗਿਆ। ਉਸ ਤੋਂ ਬਾਅਦ 4 ਤੇ ਹੈਗੀ ਹੈ 28, ਤਾਂ 4 ਤੇ ਆ 28 ਦਾ ਪੁਆਇੰਟ ਆ ਗਿਆ। ਇੱਧਰ 4 ਲੈਣਾ ਹੈ, ਇੱਧਰ 28 ਲੈਣਾ ਹੈ। 5 ਤੇ ਹੈ 32, ਤਾਂ 5 ਤੇ 32, 30 ਤੋਂ ਥੋੜਾ ਜਿਹਾ ਉੱਪਰ ਆ ਜਾਏਗਾ, 5 ਤੇ 32 ਹੋ ਜਾਏਗੀ। 6 ਤੇ ਹੈ 38, ਤਾਂ 6 ਤੇ ਆਪਾਂ ਇਹਦਾ 38 ਦਾ ਪੁਆਇੰਟ ਜਿਹੜਾ ਹੈ ਉਹ ਲੈ ਲੈਣਾ ਹੈ। ਆ 38 ਦਾ ਪੁਆਇੰਟ ਆ ਗਿਆ। ਉਸ ਤੋਂ ਬਾਅਦ 7 ਤੇ ਹੈ 46, 7 ਤੇ ਆਪਾਂ ਲੈਣਾ ਹੈ 46, ਤਾਂ 46 ਇੱਥੇ ਆ ਜਾਏਗਾ ਆਪਣੇ ਕੋਲ। ਉਸ ਤੋਂ ਬਾਅਦ 8 ਤੇ ਹੈ ਆਪਣੇ ਕੋਲ 56, 8 ਤੇ ਆ ਜਾਏਗੀ 56, ਇੱਥੇ ਪੁਆਇੰਟ ਆ ਜਾਏਗਾ। ਉਸ ਤੋਂ ਬਾਅਦ 9 ਤੇ ਹੈਗੀ ਹੈ 68, ਤਾਂ 9 ਤੇ ਹੈਗੀ ਹੈ 68, ਤਾਂ ਆ ਵਾਲਾ ਪੁਆਇੰਟ ਆ ਜਾਏਗਾ 9 ਦੇ ਉੱਪਰ। ਤਾਂ ਇਸ ਤਰ੍ਹਾਂ ਆਪਾਂ ਕੁੱਲ ਪਰਿਵਰਤਨਸ਼ੀਲ ਲਾਗਤ ਜਿਹੜੀ ਹੈ ਬਣਾ ਲਾਂਗੇ। ਇਹਨਾਂ ਸਾਰੇ ਪੁਆਇੰਟਸ ਨੂੰ ਅਗਰ ਆਪਾਂ ਮਿਲਾ ਦਈਏ ਤਾਂ ਇਹਨੂੰ ਆਪਾਂ ਨਾਮ ਦੇਾਂਗੇ TVC। TVC ਟੋਟਲ ਵੇਰੀਏਬਲ ਕਾਸਟ। टोटल मतलब कुल, वेरिएबल मतलब परिवर्तनशील, कॉस्ट मतलब लागत। ਤਾਂ ਕੁੱਲ ਪਰਿਵਰਤਨਸ਼ੀਲ ਲਾਗਤ ਜਿਹੜੀ ਹੈ ਉਹ ਬਣ ਗਈ। ਹੁਣ ਆਪਾਂ ਕੀ ਕਰਨਾ ਹੈ, ਇਹਨਾਂ ਦੋਨਾਂ ਨੂੰ ਜੋੜਨਾ ਹੈ ਤੇ ਜੋੜ ਕੇ ਆਪਾਂ ਬਣਾਣੀ ਹੈ ਕੁੱਲ ਲਾਗਤ। ਤਾਂ ਹੁਣ ਆਪਾਂ ਜਿਹੜੀ ਆਪਣੀ ਕੁੱਲ ਲਾਗਤ ਦੀ ਵਕਰ ਹੈ ਉਹ ਬਣਾਉਣ ਜਾ ਰਹੇ ਹਾਂ। ਤਾਂ ਦੇਖੋ 0 ਦੇ ਉੱਪਰ 10 ਹੈ। ਹੁਣ ਦੇਖੋ ਧਿਆਨ ਇਹ ਦੇਣਾ ਹੈ ਵੀ ਜਿਹੜੀ ਕੁੱਲ ਲਾਗਤ ਦੀ ਵਕਰ ਹੈ ਉਹ 0 ਤੋਂ ਸ਼ੁਰੂ ਨਹੀਂ ਹੋਏਗੀ। ਕਿਉਂ ਨਹੀਂ ਹੋਏਗੀ? ਕਿਉਂਕਿ ਜਿਹੜੀ ਕੁੱਲ ਲਾਗਤ ਹੈ ਉਹਦੇ ਵਿੱਚ ਕੁੱਲ ਸਥਿਰ ਲਾਗਤ ਵੀ ਹੈਗੀ ਹੈ, ਤੇ ਸਥਿਰ ਲਾਗਤ ਤਾਂ 0 ਹੁੰਦੀ ਨਹੀਂ, ਕਿਉਂਕਿ ਉਹ ਲਾਗਤਾਂ ਤਾਂ ਤੁਹਾਨੂੰ ਪੈਣੀਆਂ ਹੀ ਪੈਣੀਆਂ ਨੇ। ਤੁਸੀਂ ਉਤਪਾਦਨ ਕਰੋ ਤੇ ਭਾਵੇਂ ਨਾ ਕਰੋ, ਉਹ ਲਾਗਤ ਤਾਂ ਪਏਗੀ। ਤਾਂ 0 ਦੇ ਉੱਪਰ ਵੀ ਕਿੰਨੀ ਹੋਏਗੀ? 10 ਹੋਏਗੀ। ਤਾਂ ਆਹ ਵਾਲਾ ਪੁਆਇੰਟ ਜਿਹੜਾ ਹੈ ਇਹ ਸ਼ੁਰੂਆਤੀ ਪੁਆਇੰਟ ਹੈ ਜਿੱਥੋਂ ਕੁੱਲ ਲਾਗਤ ਜਿਹੜੀ ਹੈ ਉਹ ਸ਼ੁਰੂ ਹੋਣੀ ਹੈ। ਤਾਂ 1 ਦੇ ਉੱਪਰ ਕਿੰਨੀ ਹੈ? 20, ਤਾਂ 1 ਤੇ ਕਿੰਨਾ ਆ ਜਾਏਗਾ? 20 ਆ ਜਾਏਗਾ। 2 ਤੇ ਹੈ 28, ਤਾਂ 2 ਤੇ ਕਿੰਨਾ ਆ ਜਾਏਗਾ? 28, ਤਾਂ 28 ਦਾ ਪੁਆਇੰਟ ਆ ਜਾਏਗਾ। 3 ਤੇ ਹੈ 34, 3 ਤੇ ਹੈ 34, ਤਾਂ 34 ਦਾ ਪੁਆਇੰਟ ਆ ਜਾਏਗਾ। 4 ਤੇ ਹੈ 38, 4 ਤੇ ਹੈ 38, ਤਾਂ ਆ ਵਾਲਾ ਪੁਆਇੰਟ ਆਪਣੇ ਕੋਲ 38 ਦਾ ਆ ਜਾਏਗਾ। 5 ਤੇ ਹੈ ਆਪਣੇ ਕੋਲ 42, 5 ਤੇ ਹੈ 42, ਤਾਂ 40 ਤੋਂ ਥੋੜਾ ਜਿਹਾ ਉੱਪਰ ਲੈ ਜਾਏ ਤਾਂ 42 ਹੋ ਜਾਏਗਾ। 6 ਤੇ ਹੈ 48, 6 ਤੇ 48 ਲਿਖਣਾ ਹੈ ਤਾਂ 50 ਤੋਂ ਥੋੜਾ ਜਿਹਾ ਥੱਲੇ ਆ ਜਾਏ ਤਾਂ ਉਹ 48 ਹੋ ਜਾਏਗਾ 6 ਤੇ। 7 ਤੇ ਹੈ ਆਪਣੇ ਕੋਲ 56, 7 ਤੇ ਹੈ ਆਪਣੇ ਕੋਲ 56, ਤਾਂ ਆ 56 ਦਾ ਪੁਆਇੰਟ ਆ ਜਾਏਗਾ। 8 ਤੇ ਹੈ ਆਪਣੇ ਕੋਲ 66, ਤਾਂ ਆ ਆਪਣੇ ਕੋਲ 66 ਦਾ ਪੁਆਇੰਟ ਆ ਜਾਏਗਾ। ਤੇ 9 ਤੇ ਹੈ ਆਪਣੇ ਕੋਲ 78, ਤਾਂ ਆ ਆਪਣਾ 78 ਦਾ ਪੁਆਇੰਟ ਜਿਹੜਾ ਹੈ ਉਹ ਆ ਜਾਏਗਾ। ਤਾਂ ਅਗਰ ਆਪਾਂ ਇਹ ਸਾਰੇ ਪੁਆਇੰਟਸ ਮਿਲਾ ਦਿੰਨੇ ਆ ਤਾਂ ਉੱਥੋਂ ਆਪਾਂ ਨੂੰ ਮਿਲ ਜੇਗੀ ਆਪਣੀ ਕੁੱਲ ਲਾਗਤ ਦੀ ਵਕਰ। ਤਾਂ ਆਪਾਂ ਆ ਸਾਰੇ ਪੁਆਇੰਟਸ ਜਿਹੜੇ ਨੇ ਉਹ ਮਿਲਾਉਣ ਜਾ ਰਹੇ ਹਾਂ। ਤਾਂ ਆ ਸਾਰੇ ਪੁਆਇੰਟ ਬਣਾਏ, ਇਹਨੂੰ ਮੈਂ ਨਾਮ ਦਿੱਤਾ TC। T मतलब टोटल, C मतलब कॉस्ट, यानी कि टोटल कॉस्ट यानी कि कुल लागत। ਤਾਂ ਆਪਾਂ ਇਸ ਤਰ੍ਹਾਂ ਕੁੱਲ ਲਾਗਤ ਦੀ ਵਕਰ ਜਿਹੜੀ ਹੈ ਉਹ ਆਪਾਂ ਨੂੰ ਮਿਲ ਜਾਏਗੀ। ਗੱਲ ਕਲੀਅਰ ਹੋ ਗਈ। ਹੁਣ ਸਭ ਤੋਂ ਇੰਪੋਰਟੈਂਟ ਚੀਜ਼ ਜਿੰਦੇ ਵਾਲੇ ਪਾਸੇ ਆਪਾਂ ਧਿਆਨ ਦੇਣਾ ਹੈ ਉਹ ਇਹ ਹੈ ਵੀ ਜਿਹੜੀ ਆ ਕੁੱਲ ਪਰਿਵਰਤਨਸ਼ੀਲ ਲਾਗਤ ਦੀ ਵਕਰ ਬਣੀ ਪਈ ਨਾ ਆ ਹਰੇ ਰੰਗ ਵਾਲੀ, ਤਾਂ ਜਿਹੜੀ ਆ ਕੁੱਲ ਲਾਗਤ ਬਣੀ ਹੈ ਨੀਲੇ ਰੰਗ ਵਾਲੀ, ਇਹਨਾਂ ਦੋਨਾਂ ਦੇ ਵਿਚਕਾਰ ਦਾ ਆ ਜਿਹੜਾ ਫਾਸਲਾ ਹੈ ਜਿੱਥੇ ਇਸ ਟਾਈਮ ਮੇਰੀ ਫਿੰਗਰ ਜਾ ਰਹੀ ਹੈ, ਇਹ ਜਿਹੜਾ ਫਾਸਲਾ ਹੈ ਇਹ ਬਿਲਕੁਲ ਬਰਾਬਰ ਰਹਿਣਾ ਚਾਹੀਦਾ ਹੈ। ਮਤਲਬ ਕੁੱਲ ਲਾਗਤ ਵਕਰ ਜਿਹੜੀ ਕਿ ਨੀਲੇ ਰੰਗ ਵਿੱਚ ਬਣੀ ਹੈ ਤੇ ਕੁੱਲ ਪਰਿਵਰਤਨਸ਼ੀਲ ਲਾਗਤ ਵਕਰ ਜਿਹੜੀ ਕਿ ਹਰੇ ਰੰਗ ਵਿੱਚ ਬਣੀ ਹੈ, ਇਹ ਦੋਨੋਂ ਬਿਲਕੁਲ ਇੱਕ ਦੂਜੇ ਦੇ ਪੈਰਲਲ ਹੋਣੀਆਂ ਚਾਹੀਦੀਆਂ ਨੇ, ਸਮਾਨਾਂਤਰ ਹੋਣੀਆਂ ਚਾਹੀਦੀਆਂ ਨੇ। ਇਹਨਾਂ ਦੋਨਾਂ ਦਾ ਡਿਫਰੈਂਸ ਜਿਹੜਾ ਹੈ, ਅੰਤਰ ਜਿਹੜਾ ਹੈ ਉਹ ਬਰਾਬਰ ਰਹਿਣਾ ਚਾਹੀਦਾ ਹੈ। ਇਹ ਅੰਤਰ ਵਧਣਾ ਘਟਣਾ ਨਹੀਂ ਚਾਹੀਦਾ। ਜੇਕਰ ਅੰਤਰ ਵੱਧ ਘਟ ਗਿਆ ਤਾਂ ਮਤਲਬ ਤੁਹਾਡੀ ਡਾਇਗਰਾਮ ਗਈ, ਫਿਰ ਡਾਇਗਰਾਮ ਗਲਤ ਹੋ ਜਾਏਗੀ। ਕਿਉਂ ਹੋ ਜਾਏਗੀ? एक्चुअली अगर आप लॉजिक लईए तो आप क्या भी ध्यान नाल देखो भी जी कुल लागत है वो किंदे बराबर है, वो है कुल स्थिर लागत जमा कुल परिवर्तनशील लागत। तो कुल लागत नु आपा बोले TC, कुल स्थिर लागत नु आपा बोले TFC, कुल परिवर्तनशील लागत नु आपा बोले TVC।
ठीक हो गया। हुण आपां अंतर किंदा निकालना है, आपां ये देखना है भी जिहड़ी आ कुल लागत दी वक्र बनी पई है ते जिहड़ी कुल परिवर्तनशील लागत दी वक्र बनी पई है, इन्हां दोनां दा अंतर किंदे बराबर है। तां आपां अंतर निकालना है कुल लागत दा ते कुल परिवर्तनशील लागत दा अंतर निकालना हुंदा तां आपां माइनस करदे हां। तां आपां कुल लागत दे विचों कुल परिवर्तनशील लागत जिहड़ी है ਉਹ माइनस करती। तां हुण अगर आपां आ देखो इधर प्लस दा इधर लियावांगे तो माइनस हो जाएगा, पर आ तो इधर ही पिया होया तो आ इधर ले आएगा। मतलब हुण आ जिहड़ा इन्हां दा अंतर है किस चीज दा, कुल लागत दा जो कि टीसी है ते कुल परिवर्तनशील लागत दा जो कि टीवीसी है, इन्हां दोनां दा अंतर किंदे बराबर है। इन्हां दोनां दा अंतर है कुल स्थिर लागत दे बराबर। हुण देखो हुण कुल स्थिर लागत दे बराबर अंतर है, पर वो तो स्थिर है, मतलब कुल स्थिर लागत तो स्थिर है, उन्हें तो बदलना नहीं। तां ही वो कह रहा है कि जिहड़ा कुल लागत ते कुल परिवर्तनशील लागत दा अंतर हुंदा है वो कुल स्थिर लागत दे बराबर हुंदा है। कुल स्थिर लागत जिहड़ी है वो स्थिर है, वो बिल्कुल नहीं बदलदी, वो उन्नी दी उन्नी रहिंदी है। तां ही जिहड़ा आ कुल लागत ते कुल परिवर्तनशील लागत दा अंतर है ये भी की होना चाहिए, स्थिर होना चाहिए। इहदे च किसी तरह दा बदलाव जिहड़ा है वो नहीं आना चाहिए, क्योंकि आ जिहड़ा अंतर है ना, आ जिथे हुण मैं लाइन जी लगा रहा आ अंतर किंदे बराबर है, एक कुल स्थिर लागत दे बराबर है। क्योंकि कुल स्थिर लागत ता स्थिर है तो अंतर भी की होएगा, स्थिर रहेगा। अंतर च किसी तरह दा बदलाव जोड़ा है वो नहीं आएगा। कहने दा मतलब की है कि जिहड़ी अपनी कुल लागत वक्र है ते जिहड़ी अपनी कुल परिवर्तनशील लागत वक्र है, ये दोनों हमेशा एक दूजे दे समानांतर होणगियां, पैरेलल होणगियां। इस चीज का ध्यान रखना है। जे पैरेलल ना बनिया यानी तुसी पॉइंट अगर सही नहीं लगाए कि होएगा तुहाडी डायग्राम जिहड़ी है वो गलत हो जाएगी। गल क्लियर होगी। तां ये सी अपना कुल लागत बारे अपनी थोड़ी जी इंफॉर्मेशन। तां हुण आपां इस तो बाद अपनी अगली लागत जिहड़ी है उनके बारे गल करते हैं कि जिहड़ी अगली लागत है वो किहड़ी है। तां आपां क्या सी कि जिहड़ा कुल उत्पादन ते पैंदी है उन्होंने आपां कुल लागत कहने आ। तां अगला उत्पादन जिहड़ा है वो हुंदा है अपना औसत उत्पादन। तां जिहड़ी औसत उत्पादन ते पेगी वो की होएगी, वो औसत लागत होएगी। तां दूसरी जिहड़ी लागत आपां डिस्कस करन जा रहे हां वो है अपनी औसत लागत। ठीक है। ਤਾਂ ਸਭ ਤੋਂ ਪਹਿਲਾਂ ਅਗਰ ਆਪਾਂ ਔਸਤ ਲਾਗਤ ਕਰਨੀ ਚਾਹਨੇ ਹਾਂ ਤਾਂ ਆਪਾਂ ਨੂੰ ਔਸਤ ਦਾ ਮੀਨਿੰਗ ਜਿਹੜਾ ਉਹ ਕਲੀਅਰ ਕਰਨਾ ਪਏਗਾ ਵੀ ਐਕਚੁਅਲੀ ਔਸਤ ਦਾ ਮੀਨਿੰਗ ਕੀ ਹੁੰਦਾ ਹੈ। ਤਾਂ ਔਸਤ ਕੀ ਚੀਜ਼ ਹੈ? ਦੇਖੋ ਔਸਤ ਹੁੰਦਾ ਹੈ ਕਿਸੇ ਵੀ ਚੀਜ਼ ਨੂੰ ਸਾਰੇ ਲੋਕਾਂ ਦੇ ਵਿੱਚ ਬਰਾਬਰ ਬਰਾਬਰ ਵੰਡ ਦੇਣਾ। ठीक है। औसत लागत की है, औसत देखो सिर्फ औसत दा मीनिंग क्लियर करो, लागत भुल जाओ करी। औसत का मतलब है किसी भी चीज नूं सारे लोकां दे विच बराबर बराबर वंडना। जिवें अगर ਆਪਾਂ एक एग्जांपल लईए, मान लो कि मैं कहां कि मेरी क्लास दे विच 3 बच्चे ने, एक दा नाम है ए, एक दा नाम है बी, एक दा नाम है सी। 3 बच्चे है। जिहड़ा पहला बच्चा है उनके कोल 10 रुपए ने, जिहड़ा दूसरा बच्चा है उनके कोल 20 रुपए ने, तीसरे बच्चे कोल 30 रुपए ने। ਇਹਦਾ मतलब ਤਿੰਨਾਂ ਕੋਲ ਜੋ ਰੁਪਏ ਨੇ ਉਹ ਬਰਾਬਰ ਨਹੀਂ ਹੈਗੇ। ਮੈਂ ਚਾਹਨਾ ਵੀ ਤਿੰਨਾਂ ਕੋਲ ਬਰਾਬਰ ਬਰਾਬਰ ਰੁਪਏ ਜਿਹੜੇ ਨੇ ਹੋਣ। ਮੈਂ ਹੁਣ ਕੀ ਕਰਾਂਗਾ, ਮੈਂ ਪਹਿਲੇ ਬੱਚੇ ਨੂੰ ਕਹਾਂਗਾ ਵੀ ਐਂ ਕਰ ਤੂੰ ਆਪਣੇ ਜਿਹੜੇ 10 रुपए ਨੇ ਉਹ ਤੂੰ ਮੈਨੂੰ ਦੇ ਦੇ। ਤਾਂ ਮੈਂ ਪਹਿਲੇ ਬੱਚੇ ਕੋਲ 10 रुपए ਜਿਹੜੇ ਨੇ ਉਹ ਲੈ ਲੈ। ਦੂਸਰੇ ਬੱਚੇ ਨੂੰ ਕਹਾਂਗਾ ਤੂੰ ਆਦੇ 20 रुपए ਦੇ ਦੇ। ਤਾਂ ਹੁਣ ਮੈਂ ਕੀ ਕੀਤਾ, ਪਹਿਲੇ ਬੱਚੇ ਕੋਲ ਮੈਂ 10 रुपए ਲਏ ਤਾਂ ਮੈਂ ਆਦੀ ਜੇਬ 'ਚ ਪਾ ਲਏ। ठीक है। दूसरे बच्चे ਨੂੰ ਕਿਹਾ ਵੀ ਤੂੰ ਐਂ ਕਰ ਤੂੰ ਆਦੇ 20 रुपए ਮੈਨੂੰ ਦੇ ਦੇ। ਤਾਂ ਮੈਂ ਉਹਦੇ 20 रुपए ਵੀ ਜੇਬ 'ਚ ਪਾ ਲਏ। ਤਾਂ ਹੁਣ ਮੇਰੇ ਕੋਲ ਜੇਬ 'ਚ ਕਿੰਨੇ ਰੁਪਏ ਹੋ ਗਏ, 10 रुपए ਪਹਿਲੇ ਬੱਚੇ ਕੋਲ ਲਏ ਸੀ, 20 रुपए ਮੈਂ ਦੂਜੇ ਬੱਚੇ ਕੋਲ ਲੈ ਲਏ। ਤਾਂ ਹੁਣ ਮੇਰੀ ਜੇਬ 'ਚ ਕਿੰਨੇ ਰੁਪਏ ਹੋ ਗਏ, 30 रुपए। ਤੀਜੇ ਬੱਚੇ ਨੂੰ ਕਿਹਾ ਵੀ ਤੂੰ ਆਦੇ 30 रुपए ਜਿਹੜੇ ਨੇ ਉਹ ਮੈਨੂੰ ਦੇ ਦੇ। ਤਾਂ ਮੈਂ ਉਹਦੇ ਕੋਲ 30 रुपए ਲੈ ਕੇ ਆਦੀ ਜੇਬ 'ਚ ਪਾ ਲਏ। 30 रुपए ਪਹਿਲਾਂ ਹੈਗੇ ਸੀ, 30 ਹੋਰ ਆ ਗਏ। ਤਾਂ ਹੁਣ ਮੇਰੀ ਜੇਬ 'ਚ ਕਿੰਨੇ ਹੋ ਗਏ, 60 रुपए। ठीक है। फिर मैं की कीता, मैं हुण क्या भी मेरे को टोटल 60 रुपए ने। तो हुण क्वेश्चन उठा भी 60 आया किवें। 60 आया जदों आपां इन्हां तिन्नां दा जोड़ कीता। तो मैं कह लो जी हुण मेरे कोल 60 रुपए आ गए, 60 रुपए आ गए। हुण आपां की करना है, इस 60 रुपए नूं 3 बच्चों दे विच बराबर बराबर वंडना है। तो बराबर बराबर किन्ने आणगे, जदों मैं तिन्नां नूं 20 रुपए दे दियांगा तो तिन्नां कोल बराबर बराबर आ जाणगे। मैं की कीता, मैं क्या देखो जी जिन्ने बच्चे ने, ठीक है, उन्होंने मैं पास कर देना भी। देखो 3 बच्चों कोल मैं पैसे इकट्ठे किए ने, जिन्ने टोटल पैसे आए ने उन मैं की करदा बच्चों की गिनती नाल पास कर देना। तो सारे दे हिस्से किन्ने किन्ने आ जाएंगे, 20 रुपए आ जाएंगे। तो वो की हो जाएगी, औसत हो जाएगी। ठीक। हुण आपां हुण जो औसत निकालनी है वो आपां निकालनी है लागत दी। लागत दी औसत किवें निकलेगी, देखो मान लो भी आपां
पहली चीज बनाई, पहली चीज बनाते मान लो ਆਪਾਂ ਨੂੰ ਖਰਚਾ ਆਇਆ 10 ਰੁਪਏ ਦਾ, ਠੀਕ ਹੈ। ਫਿਰ ਆਪਾਂ ਦੂਜੀ ਚੀਜ਼ ਬਣਾਈ, ਦੂਜੀ ਚੀਜ਼ ਬਣਾਉਣ ਤੇ ਆਪਾਂ ਨੂੰ ਖਰਚਾ ਆਇਆ ਮੰਨ ਲਓ 8 ਰੁਪਏ ਦਾ, ਠੀਕ ਹੈ, ਕਲੀਅਰ ਹੋ ਗਿਆ। ਆਪਾਂ ਤੀਜੀ ਚੀਜ਼ ਬਣਾਈ, ਤੀਜੀ ਚੀਜ਼ ਬਣਾਉਣ ਤੇ ਆਪਾਂ ਨੂੰ ਜੋ ਖਰਚਾ ਆਇਆ ਉਹ ਮੰਨ ਲਓ ਆਇਆ 6 ਰੁਪਏ ਦਾ। ਬਸ ਆਪਾਂ ਤਿੰਨ ਹੀ ਚੀਜ਼ਾਂ ਬਣਾਈਆਂ। ਮੈਂ ਹੁਣ ਚਾਹਨਾ ਵੀ ਤਿੰਨਾਂ ਦੇ ਉੱਪਰ ਜਿਹੜਾ ਖਰਚਾ ਆਇਆ, ਦੇਖੋ ਤੁਸੀਂ ਬਰਾਬਰ ਬਰਾਬਰ ਤਾਂ ਨਹੀਂ ਹੈਗਾ, ਪਹਿਲੀ ਤੇ 10 ਰੁਪਏ ਦਾ ਆਂਦਾ ਪਿਆ, ਦੂਜੀ ਤੇ 8 ਰੁਪਏ ਦਾ ਆਂਦਾ ਪਿਆ, ਤੀਜੀ ਤੇ 6 ਰੁਪਏ ਦਾ ਆਂਦਾ ਪਿਆ, ਬਰਾਬਰ ਤਾਂ ਨਹੀਂ ਹੈਗਾ। ਮੈਂ ਚਾਹਨਾ ਵੀ ਤਿੰਨਾਂ ਦਾ ਖਰਚਾ ਜਿਹੜਾ ਹੈ ਉਹ ਮੈਂ ਬਰਾਬਰ ਬਰਾਬਰ ਕਰਨਾ ਹੈ। ਤਾਂ ਮੈਂ ਦੇਖਾਂਗਾ ਕਿ ਪਹਿਲੇ ਤੇ 10, ਦੂਜੇ ਤੇ 8, ਤੀਜੇ ਤੇ 6, ਤਾਂ ਕੁੱਲ ਖਰਚਾ ਕਿੰਨਾ ਆਇਆ? ਤਾਂ ਕੁੱਲ ਖਰਚਾ ਆਇਆ ਮੇਰਾ 24 ਰੁਪਏ, ਠੀਕ ਹੈ। ਮੈਂ ਤਿੰਨਾਂ ਨੂੰ ਜੋੜਤਾ। ਹੁਣ ਮੈਂ ਸੋਚਿਆ ਵੀ ਜਿਹੜੇ 24 ਰੁਪਏ ਮੇਰੇ ਪੈਸੇ ਲੱਗੇ ਨੇ ਉਹ ਕਿੰਨੀਆਂ ਚੀਜ਼ਾਂ ਤੇ ਲੱਗੇ ਨੇ। 24 ਰੁਪਏ ਲੱਗੇ ਨੇ ਤਿੰਨ ਚੀਜ਼ਾਂ ਤੇ, ਮੈਂ ਬਟਾ 3 ਕਰ ਦਿਆਂਗਾ। ਤਾਂ ਹਰੇਕ ਚੀਜ਼ ਤੇ ਮੇਰਾ ਖਰਚਾ ਕਿੰਨਾ ਆਇਆ? 8 ਰੁਪਏ। ਯਾਨੀ ਮੈਂ ਬਰਾਬਰ ਬਰਾਬਰ ਜਿਹੜਾ ਹੈ ਉਹ ਵੰਡਤਾ। ਯਾਨੀ ਮੈਂ ਕੀ ਕੀਤਾ? ਮੈਂ ਸਭ ਤੋਂ ਪਹਿਲਾਂ ਇਹਨਾਂ ਦਾ ਕੀ ਕੀਤਾ? ਟੋਟਲ ਨਿਕਾਲਿਆ। ਟੋਟਲ ਮਤਲਬ 24 ਰੁਪਏ ਆ ਗਿਆ। ਟੋਟਲ ਖਰਚਾ ਕੀ ਹੁੰਦਾ ਹੈ? ਉਹਨੂੰ ਆਪਾਂ ਕਹਿੰਦੇ ਆ ਕੁੱਲ ਲਾਗਤ। मतलब सब तो पहला मैं कुल लागत कड्डी भी, देखो जी तीन चीज़ां बनाने ते मैनू कुल खर्चा जिहड़ा है वो 24 रुपए आंदा है, ते हो गई अपनी कुल लागत। फिर मैं देखा भी इहनू भाग कीता 3 नाल। 3 की सी? मैं कहा हुण देखो चीज़ां किन्नियां बनाईयां, तां मैं कहा 24 रुपए खर्चा आया है, किन्नियां चीज़ां नू बनाने ते? 3 चीज़ां नू बनाने ते, तां मैं 3 नाल भाग कीता सी। 3 की है? 3 है अपनी उत्पादन दी मात्रा भी, ਆਪਾਂ ਕਿੰਨੀਆਂ ਚੀਜ਼ਾਂ ਬਣਾਈਆਂ ਉਹਨਾਂ ਨਾਲ ਆਪਾਂ ਭਾਗ ਕਰ ਦਿਆਂਗੇ। ਤੇ ਇਹਦੇ ਨਾਲ ਕੀ ਹੋਏਗਾ? ਆਪਣੀ ਔਸਤ ਲਾਗਤ ਜਿਹੜੀ ਹੈ ਉਹ ਆਪਣੇ ਕੋਲ ਨਿਕਲ ਜਾਏਗੀ। ਤਾਂ ਆਪਾਂ ਹੁਣ ਔਸਤ ਲਾਗਤ ਦਾ ਫਾਰਮੂਲਾ ਜਿਹੜਾ ਹੈ ਉਹ ਬਣਾ ਲਿਆ ਵੀ ਔਸਤ ਲਾਗਤ ਕਿੰਨੇ ਬਰਾਬਰ ਹੈ? ਕੁੱਲ ਲਾਗਤ है डिवाइडेड बाय उत्पादन ਦੀ ਮਾਤਰਾ है। ध्यान की रखना है, ध्यान इस गल का रखना है भी आपा हर बारी जदों भी कोई भी लागत निकालनी है आपा टेबल चेंज नहीं करना, आपा वही टेबल यूज करांगे हर बारी। मैं तुहानू अगे भी इको गल समझाई है भी इको टेबल बनाओ, इस तरह का टेबल बनाओ जिहड़ा पूरे दे पूरे चैप्टर दे विच जिहड़ा है वो तुहाडे काम आवे, ताकि तुहानू वारी-वारी नवे-नवे टेबल जिहड़े ने वो ना बनाने पैण। सोचण वाली गल है, अखीर ते किन्ने को टेबल याद रख लोगे? ठीक है, किते ना किते तां आपां गड़बड़ करांगे। तां जिन्ने घट तो घट टेबल आपां बना सकदे हां उन्ने आपां बनाई। तां हुण आपां की करना है? कुल लागत नू उत्पादन दी मात्रा दे नाल भाग करना है। पर आपां तां हुणे पढ़े भी जिहड़ी कुल लागत है इहदे च दो तरह दी लागतां ने। मतलब अगर मैं कुल लागत दा पता लगाना है तां मैनू दो तरह दीयां लागतां जिहड़ियां ने उन्हां नू जोड़ना पएगा। ਉਹ ਕਿਹੜੀ है? ਜਿਹੜੀ ਕੁੱਲ लागत है ਉਹਨੂੰ ਆਪਾਂ ਦੋ ਹਿੱਸਿਆਂ ਦੇ ਵਿੱਚ ਵੰਡ ਸਕਦੇ ਹਾਂ। ਇੱਕ ਹੁੰਦੀ ਹੈ ਆਪਣੇ ਕੋਲ ਜਿਹਨੂੰ ਆਪਾਂ ਕਹਿੰਦੇ ਆ ਕੁੱਲ ਸਥਿਰ लागत, प्लस ਆਪਾਂ ਕਹਿੰਦੇ ਹਾਂ दूसरी ਜਿਹੜੀ लागत है वो है कुल परिवर्तनशील लागत। ਤਾਂ ਆਪਾਂ ਅਗਰ ਆ ਦੋ ਲਾਗਤਾਂ ਜਿਹੜੀਆਂ ਨੇ ਇਹਨੂੰ ਅਗਰ ਆਪਾਂ ਜੋੜ ਦਿੰਨੇ ਆ ਤਾਂ ਕੀ ਬਣ ਜਾਏਗਾ? ਕੁੱਲ लागत। मतलब मैं कुल लागत ਦੀ ਥਾਂ ਤੇ ਇਸ ਤਰ੍ਹਾਂ ਲਿਖ ਸਕਦਾ, ਇਸ ਤਰ੍ਹਾਂ ਲਿਖ ਸਕਦਾ ਤਾਂ ਬਟਾ ਕੀ ਪਿਆ? ਬਟੇ ਦੇ ਵਿੱਚ ਤਾਂ ਉਤਪਾਦਨ ਦੀ ਮਾਤਰਾ ਪਿਆ ਹੀ ਹੈ, ਤੈਨੂੰ ਆਪਾਂ ਇਸ ਤਰ੍ਹਾਂ ਇੱਥੇ ਨੀਚੇ ਉਤਪਾਦਨ ਦੀ ਮਾਤਰਾ ਜਿਹੜੀ ਹੈ ਉਹ ਲਿਖ ਸਕਦੇ ਹਾਂ। ठीक है, मतलब ਹੁਣ ਆਪਾਂ ਕੀ ਕਰਨਾ ਹੈ? ਜਿਹੜੀ ਉੱਪਰ ਵਾਲੀ ਰਕਮ ਹੈ ਉਹਨੂੰ ਹੇਠਾਂ ਵਾਲੀ ਰਕਮ ਨਾਲ ਭਾਗ ਕਰਨਾ ਹੈ। ਤਾਂ ਮੈਂ ਦੋਨੋਂ ਨੂੰ ਅਲੱਗ-ਅਲੱਗ ਭਾਗ ਕਰ ਦੇਣਾ। ਤਾਂ ਆਪਾਂ ਇੱਥੇ ਲਿਖ ਦਿੰਨੇ ਆ ਉੱਪਰ ਹੈ ਆਪਣੇ ਕੋਲ ਕੁੱਲ ਸਥਿਰ लागत। कुल स्थिर लागत ਨੂੰ ਆਪਾਂ ਭਾਗ ਕਰ ਦੇਨੇ ਹਾਂ ਇਸ ਚੀਜ਼ ਦੇ ਨਾਲ ਜੋ ਵੀ ਆਪਣੇ ਉਤਪਾਦਨ ਦੀ ਮਾਤਰਾ ਹੈ ਉਹਦੇ ਨਾਲ ਭਾਗ ਕਰ ਦਿੰਨੇ ਆ। ਫਿਰ ਬਚੀ ਕੁੱਲ परिवर्तनशील लागत, प्लस ਦਾ ਨਿਸ਼ਾਨ ਉਵੇਂ ਦਾ ਉਵੇਂ ਰਹੇਗਾ। ਇਹਦੇ ਆ ਜਾਏਗੀ ਆਪਣੇ ਕੋਲ ਕੁੱਲ परिवर्तनशील लागत ਤੇ ਕੁੱਲ परिवर्तनशील लागत ਆ ਗਈ। ठीक है, ਇਹਦੇ ਨੀਚੇ ਵੀ ਆਪਾਂ ਕੀ ਕਰਦੇ ਹਾਂ? ਇਹਦੇ ਨੀਚੇ ਵੀ ਆਪਾਂ ਉਤਪਾਦਨ ਦੀ ਮਾਤਰਾ ਜਿਹੜੀ ਹੈ ਉਹ ਆਪਾਂ ਲਿਖ ਦਿੰਦੇ ਆ। ਤਾਂ ਆਪਾਂ ਦੋਨਾਂ ਨੂੰ ਅਲੱਗ-ਅਲੱਗ ਉਤਪਾਦਨ ਦੀ ਮਾਤਰਾ ਦੇ ਨਾਲ ਜਿਹੜਾ ਹੈ ਉਹ ਭਾਗ ਕਰਤਾ। ਹੁਣ ਉੱਪਰ ਵਾਲੇ ਤੋਂ ਨੀਚੇ ਵਾਲਾ ਫਾਰਮੂਲਾ ਬਣਨਾ ਹੈ ਕਿਵੇਂ? देखो ऊपर कुल सी, ठीक है, लागत भुल जाओ। ऊपर कुल सी, नीचे उत्पादन दी मात्रा सी। जदों कुल नू उत्पादन दी मात्रा दे नाल भाग करोगे तो की आएगा? औसत। देखो लागत ਇੱਥੇ ਵੀ ਪਈ ਹੈ, लागत ਇੱਥੇ ਵੀ ਪਈ ਹੈ, लागत ਵਿੱਚ ਕੋਈ ਬਦਲਾਵ ਨਹੀਂ ਆਇਆ। ਜਦੋਂ ਆਪਾਂ ਕੁੱਲ ਨੂੰ ਉਤਪਾਦਨ ਦੀ ਮਾਤਰਾ ਦੇ ਨਾਲ ਭਾਗ ਕਰਦੇ ਆ ਤਾਂ ਔਸਤ ਆ ਜਾਂਦੀ ਹੈ। ਤਾਂ ਹੁਣ ਦੇਖੋ ਇੱਥੇ ਵੀ ਕੁੱਲ ਨੂੰ ਆਪਾਂ ਉਤਪਾਦਨ ਦੀ ਮਾਤਰਾ ਨਾਲ ਭਾਗ ਕਰਨਾ ਹੈ। ਜਦੋਂ ਆਪਾਂ ਕੁੱਲ ਨੂੰ ਉਤਪਾਦਨ ਦੀ ਮਾਤਰਾ ਦੇ ਨਾਲ ਭਾਗ ਕਰਾਂਗੇ ਤਾਂ ਕੀ ਆਏਗਾ? ਔਸਤ ਆਏਗਾ ਨਾ।
स्थिर लागत उਵੇਂ ਦੋਵੇਂ ਪਈ ਰਹੇਗੀ। ਯਾਨੀ ਅਗਰ ਆਪਾਂ ਕੁੱਲ ਸਥਿਰ ਲਾਗਤ ਨੂੰ ਉਤਪਾਦਨ ਦੀ ਮਾਤਰਾ ਦੇ ਨਾਲ ਭਾਗ ਕਰਾਂਗੇ ਤਾਂ ਉਹ ਆਏਗੀ ਆਪਣੀ ਔਸਤ ਸਥਿਰ लागत। ठीक है, प्लस अगर आप कुल परिवर्तनशील लागत ਨੂੰ ਉਤਪਾਦਨ ਦੀ ਮਾਤਰਾ ਨਾਲ ਭਾਗ ਕਰਾਂਗੇ ਤਾਂ ਜਦੋਂ ਕੁੱਲ ਉਤਪਾਦਨ ਦੀ ਮਾਤਰਾ ਨਾਲ ਭਾਗ ਹੋਏਗਾ ਤਾਂ ਉਹ ਕੀ ਬਣ ਜਾਏਗਾ ਔਸਤ। परिवर्तनशील लागत ਉਵੇਂ ਦੀ ਉਵੇਂ ਆ ਜਾਏਗੀ ਤਾਂ ਇੱਥੇ ਆਪਾਂ परिवर्तनशील लागत ਜਿਹੜੀ ਹੈ ਉਹ ਉਵੇਂ ਦੀ ਉਵੇਂ ਲਿਖ ਦਿੰਨੇ ਆ। ਤਾਂ ਜਿਸ ਤਰ੍ਹਾਂ ਆਪਾਂ ਹੁਣੇ ਗੱਲ ਕੀਤੀ ਸੀ ਵੀ ਜਿਹੜੀ ਆਪਣੀ ਕੁੱਲ ਲਾਗਤ ਹੈ ਉਹਦੇ ਚ ਦੋ ਤਰ੍ਹਾਂ ਦੀਆਂ ਲਾਗਤਾਂ ਸ਼ਾਮਿਲ ਨੇ, ਇੱਕ ਹੈਗੀ ਹੈ ਕੁੱਲ ਸਥਿਰ ਲਾਗਤ, ਕੁੱਲ ਪਰਿਵਰਤਨਸ਼ੀਲ ਲਾਗਤ। ਠੀਕ ਉਸੇ ਤਰ੍ਹਾਂ औसत लागत ਦੇ ਵਿੱਚ ਵੀ ਦੋ ਤਰ੍ਹਾਂ ਦੀਆਂ ਲਾਗਤਾਂ ਜਿਹੜੀਆਂ ਨੇ ਉਹ ਸ਼ਾਮਿਲ ਨੇ, औसत ਸਥਿਰ ਲਾਗਤ ਤੇ औसत परिवर्तनशील लागत। मतलब ਹੁਣ ਫਿਰ ਉੱਥੇ ਗੱਲ ਆ ਗਈ ਵੀ ਜਿਸ ਤਰ੍ਹਾਂ ਅਗਰ ਆਪਾਂ ਕੁੱਲ ਲਾਗਤ ਦਾ ਪਤਾ ਲਗਾਉਣਾ ਸੀ ਤਾਂ ਆਪਾਂ ਕੀ ਕੀਤਾ, ਆਪਾਂ ਕਹਿੰਦੇ ਦੇਖੋ ਜੀ ਕੁੱਲ ਲਾਗਤ ਦਾ ਪਤਾ ਲਗਾਉਣਾ ਹੈ ਤਾਂ ਆਪਾਂ ਨੂੰ ਦੋ ਲਾਗਤਾਂ ਜੋੜਨੀਆਂ ਪੈਣਗੀਆਂ। ਪਹਿਲਾਂ ਆਪਾਂ ਕੁੱਲ ਸਥਿਰ ਲਾਗਤ ਨਿਕਾਲਾਂਗੇ, ਫਿਰ ਆਪਾਂ ਕੁੱਲ परिवर्तनशील लागत निकालांगे, फिर आप दोनों ਨੂੰ जोड़ देंगे तो ਉੱਥੋਂ ਆਪਣੀ ਕੁੱਲ ਲਾਗਤ ਨਿਕਲ ਜਾਏਗੀ। ठीक उसी तरह अगर आप औसत लागत का पता लगाना है तो उनके वास्ते भी आपानू दो लागतां जड़ियां ने उन्हां दा पता लगाना पएगा। पहला आप पता लगावांगे औसत स्थिर लागत दा, फिर आप पता लगावांगे औसत परिवर्तनशील लागत दा, फिर इन दोनों ਨੂੰ जोड़ देंगे ताकि हो जाएगा अपनी औसत लागत जड़ी है वो निकल जाएगी। मतलब सब तो पहला ਆਪਾਂ ਨੂੰ ਕੀ ਕਰਨਾ ਪਏਗਾ, ਆ ਦੋ ਲਾਗਤਾਂ ਜਿਹੜੀਆਂ ਨੇ ਇਹਨਾਂ ਦਾ ਪਤਾ ਵੱਖਰਾ ਵੱਖਰਾ ਜਿਹੜਾ ਹੈ ਉਹ ਲਗਾਉਣਾ ਪਏਗਾ। ਵੱਖਰਾ ਵੱਖਰਾ ਲਗਾ ਕੇ ਫਿਰ ਜੋੜਾਂਗੇ ਤੇ ਔਸਤ ਲਾਗਤ ਆ ਜਾਏਗੀ। ਤਾਂ ਆਪਾਂ ਹੁਣ ਐਸੇ ਚੀਜ਼ ਨੂੰ ਹੀ ਜਿਹੜਾ ਹੈ ਉਹ ਡੀਲ ਕਰਦੇ ਆ। ਯਾਨੀ ਸਭ ਤੋਂ ਪਹਿਲਾਂ ਆਪਾਂ ਨਿਕਾਲਾਂਗੇ औसत स्थिर लागत, फिर ਆਪਾਂ ਨਿਕਾਲਾਂਗੇ औसत परिवर्तनशील लागत। ਤਾਂ ਨੰਬਰ 1 ਜਿਹੜੀ ਆਪਾਂ ਨਿਕਾਲਣ ਜਾ ਰਹੇ ਹਾਂ ਉਹ ਹੈ ਆਪਣੀ औसत स्थिर लागत। ठीक है, तो आप औसत स्थिर लागत जी है इनका पता करांगे। तो फार्मूला एक बार होर लिख लेने कि औसत स्थिर लागत किंदे बराबर है, जो भी अपनी कुल स्थिर लागत सी ਆਪਾਂ ਨੂੰ ਕੀ ਕਰਨਾ ਹੈ, ਆਪਾਂ ਉਹਨੂੰ ਉਤਪਾਦਨ ਦੀ ਮਾਤਰਾ ਜਿਹੜੀ ਹੈ ਉਹਦੇ ਨਾਲ ਆਪਾਂ ਭਾਗ ਕਰਨਾ ਹੈ। ठीक है, ਤਾਂ ਹੁਣ ਆਪਾਂ ਕੋਈ ਨਵਾਂ ਟੇਬਲ ਨਹੀਂ ਬਣਾਉਣਾ। ਜੋ ਆਪਾਂ ਆਪਣੀ ਕੁੱਲ ਸਥਿਰ ਲਾਗਤ ਆਪਣੇ ਪਿਛਲੇ ਜਿਹੜਾ ਹੈ ਟੌਪਿਕ ਦੇ ਵਿੱਚ ਲਈ ਸੀ, ਬਿਲਕੁਲ ਉਹੀ ਕੁੱਲ ਸਥਿਰ ਲਾਗਤ ਜਿਹੜੀ ਹੈ ਉਹ ਤੁਸੀਂ ਹੁਣ ਲੈ ਲੈਣੀ ਹੈ। ਯਾਨੀ ਆਪਾਂ ਦੇਖੋ ਆਪਾਂ ਨੂੰ ਕੀ ਚਾਹੀਦਾ ਹੈ, ਆਪਾਂ ਨੂੰ औसत स्थिर लागत ਦਾ ਪਤਾ ਲਗਾਣਾ ਨਾ। ਤਾਂ ਆਪਾਂ ਕਿਹਾ ਵੀ औसत स्थिर लागत ਕਿੰਨੇ ਬਰਾਬਰ ਹੈ, ਕੁੱਲ ਸਥਿਰ ਲਾਗਤ ਨੂੰ ਉਤਪਾਦਨ ਦੀ ਮਾਤਰਾ ਦੇ ਨਾਲ ਭਾਗ ਕਰਨਾ। ਮਤਲਬ ਆਪਾਂ ਨੂੰ ਦੋ ਚੀਜ਼ਾਂ ਚਾਹੀਦੀਆਂ ਨੇ। ਪਹਿਲਾਂ ਆਪਾਂ ਨੂੰ ਚਾਹੀਦੀ ਹੈ ਇੱਥੇ ਉਤਪਾਦਨ ਦੀ ਮਾਤਰਾ, ਪਹਿਲਾਂ ਆਪਾਂ ਨੂੰ ਚਾਹੀਦਾ ਹੈ। ਫਿਰ ਆਪਾਂ ਨੂੰ ਚਾਹੀਦੀ ਹੈ ਦੂਸਰੀ ਚੀਜ਼ ਜਿਹਨੂੰ ਆਪਾਂ ਨਾਮ ਦੇਾਂਗੇ ਕੁੱਲ ਸਥਿਰ ਲਾਗਤ। ਹੋ ਗਿਆ। ਤਾਂ ਉਤਪਾਦਨ ਦੀ ਮਾਤਰਾ ਆਪਣੀ 0 ਤੋਂ ਸ਼ੁਰੂਆਤ ਕੀਤੀ ਸੀ, ਸੇਮ ਟੇਬਲ ਬਣਾਉਣ ਲੱਗਿਆ, ਕੋਈ ਚੇਂजेस ਨਹੀਂ ਕਰਨ ਲੱਗਿਆ। ਤਾਂ 1 2 3 4 5 6 7 8 ਐਂਡ 9। ਤਾਂ ਹੁਣ ਕੁੱਲ ਸਥਿਰ ਲਾਗਤ ਤਾਂ ਸਥਿਰ ਹੈ, ਤਾਂ ਕੁੱਲ ਸਥਿਰ ਲਾਗਤ ਸਥਿਰ ਹੈ ਤਾਂ ਇਹਨਾਂ ਦਾ 10 ਤੇ ਹੀ ਰਹਿਣਾ ਹੈ। ਤੈਨੂੰ ਆਪਾਂ ਲਗਾਤਾਰ 10 10 10 10 10 ਜਿਹੜਾ ਹੈ ਉਹ ਲਿਖਦੇ ਜਾਵਾਂਗੇ। ਕਿਸੇ ਤਰ੍ਹਾਂ ਦਾ ਕੋਈ ਚੇਂਜ ਜਿਹੜਾ ਹੈ ਉਹ ਨਹੀਂ ਕਰਨਾ। ਹੁਣ ਆਪਾਂ ਇਹਦੇ ਤੋਂ ਕੀ ਕਰਾਂਗੇ, ਇਹਦੇ ਤੋਂ ਆਪਾਂ ਨਿਕਾਲਾਂਗੇ ਆਪਣੀ औसत स्थिर लागत। ठीक है, औसत स्थिर लागत ਨੂੰ ਨਿਕਾਲਣ ਵਾਸਤੇ ਕੀ ਕਰਾਂਗੇ, ਆਪਾਂ ਕੁੱਲ ਸਥਿਰ ਲਾਗਤ ਨੂੰ ਉਤਪਾਦਨ ਦੀ ਮਾਤਰਾ ਦੇ ਨਾਲ ਭਾਗ ਕਰਾਂਗੇ। ਮਤਲਬ ਆਪਾਂ ਇਸ ਜਿਹੜੀ ਕਾਲਮ ਹੈ ਇਹ ਵਾਲਾ ਇਹਨੂੰ ਆਪਾਂ ਇਸ ਕਾਲਮ ਦੇ ਨਾਲ ਜਿਹੜਾ ਹੈ ਉਹ ਭਾਗ ਕਰਾਂਗੇ। ਕਿਵੇਂ ਕਰਾਂਗੇ, 10 ਨੂੰ ਆਪਾਂ 0 ਨਾਲ ਭਾਗ ਕਰਨਾ ਹੈ। ਜਦੋਂ ਵੀ ਆਪਾਂ ਕਿਸੇ ਵੀ ਚੀਜ਼ ਨੂੰ 0 ਨਾਲ ਭਾਗ ਕਰਦੇ ਆ ਤਾਂ ਕਿੰਨਾ ਹੁੰਦਾ ਹੈ, ਇਨਫਿਨਿਟੀ। ਫਿਰ 10/1 10 10/2 ਕਿੰਨਾ ਆ ਗਿਆ 5, 10/3 ਕਿੰਨਾ ਆ ਗਿਆ 3.33, 10/4 ਕਿੰਨਾ ਆ ਗਿਆ 2.50, 10/5 ਕਿੰਨਾ ਆ ਗਿਆ 2, 10/6 ਇਹ ਆ ਗਿਆ ਆਪਣੇ ਕੋਲ 1.40, 1 ਤਾਂ 40 40 ਤਾਂ 40 ਦੇ ਉੱਪਰ ਆ ਗਿਆ ਆਪਣੇ ਕੋਲ 6 ਤੇ 7 1.60, 10/7 ਇਹ ਆ ਗਿਆ ਆਪਣੇ ਕੋਲ 1.43, 10/8 ਇਹ ਆ ਗਿਆ ਆਪਣੇ ਕੋਲ 1.25, 10/9 ਇਹ ਆ ਗਿਆ ਆਪਣੇ ਕੋਲ 1.11। ਤਾਂ ਇਸ ਤਰ੍ਹਾਂ
ਆਪਣੇ ਕੋਲ ਜਿਹੜੀ ਔਸਤ ਸਥਿਰ ਲਾਗਤ ਹੈ ਉਹਦਾ ਆਪਾਂ ਨੂੰ ਪਤਾ ਲੱਗ ਗਿਆ। ਔਸਤ ਸਥਿਰ ਲਾਗਤ ਕਿਵੇਂ ਹੈ? ਜਦੋਂ ਆਪਾਂ ਕੁੱਲ ਸਥਿਰ ਲਾਗਤ ਨੂੰ ਉਤਪਾਦਨ ਦੀ ਮਾਤਰਾ ਦੇ ਨਾਲ ਭਾਗ ਕਰ ਦਿਆਂਗੇ ਤਾਂ ਆਪਾਂ ਨੂੰ ਔਸਤ ਸਥਿਰ ਲਾਗਤ ਜਿਹੜੀ ਹੈ ਉਹਦਾ ਆਪਾਂ ਨੂੰ ਪਤਾ ਲੱਗ ਜਾਏਗਾ। ਜੇ ਕਲੀਅਰ ਹੋ ਗਿਆ ਤਾਂ ਅਗਲੇ ਲੈਕਚਰ 'ਚ ਆਪਾਂ ਕੀ ਕਰਾਂਗੇ, ਇੱਕ ਕਹਿੰਦੇ ਆਪਾਂ ਕਰਵ ਬਣਾਵਾਂਗੇ। ਮੈਂ ਹੁਣੇ ਇਸ ਕਰਕੇ ਬਣਾ ਰਿਹਾ ਕਿਉਂਕਿ ਥੋੜਾ ਲੰਬਾ ਟੌਪਿਕ ਹੈ, ਕਿਉਂਕਿ ਜਿਹੜੀ ਔਸਤ ਸਥਿਰ ਲਾਗਤ ਦੀ ਵਕਰ ਹੈ ਉਹ ਆਪਣੇ ਆਪ 'ਚ ਬਹੁਤ ਲੰਬੀ ਕਹਾਣੀ ਸੁਣਾਉਂਦੀ ਹੈ। ਤਾਂ ਆਪਾਂ ਉਹ ਸਾਰੀ ਚੀਜ਼ ਦੀ ਡਿਸਕਸ਼ਨ ਜਿਹੜੀ ਹੈ ਉਹ ਆਪਾਂ ਆਪਣੇ ਅਗਲੇ ਲੈਕਚਰ 'ਚ ਕਰਾਂਗੇ। ਤਾਂ ਮਿਲਦੇ ਹਾਂ ਆਪਣੇ ਅਗਲੇ ਲੈਕਚਰ ਦੇ ਵਿੱਚ। Till then, it's goodbye from my side. Thank you very much and all the best.